ਹੁਣ ਵਰਤਾਰਾ ਚੱਲ ਰਿਹਾ ਉਹਨੂੰ ਸਮਝਣ ਦੀ ਆਪਾਂ ਕੋਸ਼ਿਸ਼ ਕਰਦੇ ਹਾਂ। ਆਪਾਂ ਕਿਸੇ ਗੱਲ ਤੋਂ ਭੱਜ ਨਹੀਂ ਰਹੇ, ਉੱਥੇ ਸਟੈਂਡ ਤੇ ਹੀ ਖੜੇ ਹਾਂ। ਪਰ ਇੱਕ ਟੇਬਲ ਟਾਕ ਦੀ ਗੱਲਬਾਤ ਨੂੰ, ਪੋਲੀਟੀਕਲ ਡਿਪਲੋਮੈਸੀ ਨੂੰ ਜਮਾਂ ਹੀ ਬੰਦ ਕਰ ਦੇਣਾ ਤੇ ਉਸ ਡਿਪਲੋਮੈਸੀ ਤੋਂ ਇਹ ਕਹਿ ਦੇਣਾ ਵੀ ਅਸੀਂ ਜਾਂ ਤਾਂ ਰੱਦ ਕਰੋ ਹੁਣ, ਨਹੀਂ ਤਾਂ ਅਸੀਂ ਬੈਠੇ। ਸਪੈਸ਼ਲੀ ਸਾਡੀਆਂ ਉਹ ਧਿਰਾਂ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਵਿੱਚ ਕੁਛ ਕੁ ਧਿਰਾਂ ਉਹ ਇਹ ਚਾਹੁੰਦੀਆਂ ਵੀ ਕਿਸੇ ਨਾ ਕਿਸੇ ਤਰ੍ਹਾਂ ਕਲੈਸ਼ ਹੋਵੇ। ਜਾਣ ਬੁੱਝ ਕੇ ਕੋਈ ਆਪਦੇ ਪੋਲੀਟੀਕਲ ਜਾਂ ਰਾਜਸੀ ਬਣਤਰ ਖੜੀ ਕਰਨ ਖਾਤਰ ਜਾਂ ਇੱਕ ਰਾਜਸੀ ਪੋਜੀਸ਼ਨ ਲੈਣ ਖਾਤਰ ਵੀ ਉਦੋਂ ਬਾਅਦ ਮੇਰੀ ਰਾਜਸੀ ਪੋਜੀਸ਼ਨ ਉਹ ਪੰਜਾਬ 'ਚ ਸੁਧਰ ਜੂਗੀ, ਇਸ ਗੱਲ 'ਚੋਂ ਕਲੈਸ਼ ਚਾਹ ਰਿਹਾ। ਸੋ ਜੇ ਕਾਮਰੇਡ ਸਾਨੂੰ ਪੰਜਾਬੀਆਂ ਨੂੰ ਇੱਕ ਟੂਲ ਦੀ ਤਰ੍ਹਾਂ, ਹਥਿਆਰ ਦੀ ਤਰ੍ਹਾਂ ਯੂਜ਼ ਕਰਕੇ ਸਾਨੂੰ ਬਦਨਾਮ ਵੀ ਕਰ ਜਾਣਗੇ ਤੇ ਮੁੜ ਕੇ ਆਪਦੀ ਸਿਆਸਤ ਖੜੀ ਕਰ ਜਾਣਗੇ, ਇਹ ਨਹੀਂ ਦੀਪ ਸਿੱਧੂ ਨੂੰ ਕਦੇ ਕਬੂਲ ਹੋਊਗਾ। ਮੈਨੂੰ ਪਤਾ ਮੇਰੀ ਇਸ ਗੱਲ ਦੀ ਵਿਰੋਧਤਾ ਹੋਣੀ ਆ, ਕਿਉਂਕਿ ਮੈਂ ਬੜਾ ਸੱਚ ਤੇ ਵੋਕਲ ਗੱਲ ਕਰਦਾ। ਤੰਦਰੁਸਤੀ 'ਚ ਅਸੀਂ ਚੜ੍ਹਦੀ ਕਲਾ 'ਚ ਤੇ ਮੈਂ ਆਸ ਕਰਦਾ ਤੁਸੀਂ ਵੀ ਤੰਦਰੁਸਤ ਤੇ ਠੀਕ ਠਾਕ ਹੋਵੋਗੇ। ਗੱਲ ਸਾਡੇ ਲਈ ਕਰਨੀ ਬੜੀ ਜ਼ਰੂਰੀ ਆ, ਕਿਉਂਕਿ ਸਿਚੁਏਸ਼ਨ ਬੜੀ ਸੀਰੀਅਸ ਆ ਤੇ ਸੰਗਤ ਨਾਲ ਸ਼ੇਅਰ ਕਰਨੀ, ਇਸ ਸਿਚੁਏਸ਼ਨ ਦੇ ਬਾਰੇ ਜਾਣਕਾਰੀ ਦੇਣੀ, ਉਹ ਵੀ ਉਨੀ ਹੀ ਜ਼ਰੂਰੀ ਆ। ਸੋ ਅੱਜ ਮੈਂ ਇੱਕ ਦੋ ਇੰਟਰਵਿਊਜ਼ ਕੀਤੀਆਂ ਜਿੱਥੇ ਮੈਂ ਕੁਝ ਨਵੀਆਂ ਗੱਲਾਂ ਸ਼ੇਅਰ ਕੀਤੀਆਂ, ਜਾਂ ਇਹ ਕਹਿ ਲਓ ਵੀ ਹੁਣ ਜਿੱਥੇ ਆ ਕੇ ਇਹ ਸੰਘਰਸ਼ ਆ ਕੇ ਖੜ ਗਿਆ, ਇੱਕ ਖੜੋਤ ਆ ਗਈ, ਇੱਕ ਡੈਡਲੌਕ ਬਣ ਗਿਆ, ਉਸ ਡੈਡਲੌਕ ਨੂੰ ਨਜਿੱਠਿਆ ਕਿਵੇਂ ਜਾਵੇ, ਇਸ ਬਾਰੇ ਗੱਲ ਕੀਤੀ। ਗੱਲ ਇਹ ਕੀਤੀ ਵੀ ਇਸ ਡੈਡਲੌਕ ਨੂੰ ਜੇ ਅਸੀਂ ਡਾਇਲੌਗ ਰਾਹੀਂ ਨਹੀਂ ਤੋੜਿਆ ਤਾਂ ਇਹਨੂੰ ਕਿਸੇ ਇਵੈਂਟ ਨੇ ਤੋੜਨਾ, ਤੇ ਇਸ ਕਰਕੇ ਸਾਨੂੰ ਡਾਇਲੌਗ ਨੂੰ ਤੋੜਨਾ ਨਹੀਂ ਚਾਹੀਦਾ, ਉਹਦੇ ਤੋਂ ਡਾਇਲੌਗ ਤੋਂ ਭੱਜਣਾ ਨਹੀਂ ਚਾਹੀਦਾ। ਕਿਉਂਕਿ ਹਜੇ ਤੱਕ ਕਿਸਾਨ ਜਥੇਬੰਦੀਆਂ ਦੇ ਆਗੂ ਡਾਇਲੌਗ ਹੀ ਕਰ ਰਹੇ ਸੀ ਨਾ, 7-7 8-8 ਘੰਟਿਆਂ ਦੀ ਮੀਟਿੰਗ ਜਦੋਂ ਕਰਦੇ ਸੀ ਜਾ ਕੇ, ਸੋ ਉਹ ਡਾਇਲੌਗ ਹੀ ਕਰ ਰਹੇ ਸੀ, ਉੱਥੇ ਯੈਸ ਨੋ ਖਾਤਰ ਨਹੀਂ ਜਾ ਰਹੇ ਸੀ। ਸੋ ਆਪਾਂ ਹੁਣ ਸਿਚੁਏਸ਼ਨ ਨੂੰ ਸਮਝੀਏ। ਮੈਨੂੰ ਪਤਾ ਸੀ ਇਹ ਇੱਕ ਨਵੀਂ ਗੱਲ ਆ ਤੇ ਸੁਭਾਵਕ ਆ ਵੀ ਤੁਸੀਂ ਇਹਦੇ ਤੇ ਆਪਦੀ ਪ੍ਰਤੀਕਿਰਿਆ ਦੇਣੀ ਆ, ਤੇ ਕਈ ਬੰਦੇ ਸਹਿਮਤ ਆ, ਕਈ ਨਹੀਂ ਸਹਿਮਤ ਹੋਣਗੇ, ਕਿਉਂਕਿ ਹਜੇ ਤੱਕ ਜੋ ਇੱਕ ਗੱਲ ਸਿਰਜੀ ਗਈ ਆ ਇੱਥੇ ਵੀ ਰੱਦ ਨਹੀਂ ਤਾਂ ਗੋਲੀ। ਹੁਣ ਆ ਜਿਹੜੀ ਭਾਸ਼ਾ ਇਹ ਚੰਗੀ ਨਹੀਂ ਹੁੰਦੀ, ਕਿਉਂਕਿ ਅਸੀਂ ਦੇਖੋ, ਅਸੀਂ ਗੋਲੀਆਂ ਖਾਣ ਤੋਂ, ਸ਼ਹਾਦਤਾਂ ਦੇਣ ਤੋਂ ਪਿੱਛੇ ਨਹੀਂ ਹਟਦੇ। ਸਾਨੂੰ ਪਤਾ ਜਦੋਂ ਸਾਡੀ ਸ਼ਹਾਦਤ ਗੁਰੂ ਤੇ ਹੋਵੇ, ਜਦੋਂ ਉਸ ਜਜ਼ਬੇ ਦੇ ਵਿੱਚੋਂ ਸ਼ਹਾਦਤ ਨਿਕਲੀ ਹੋਵੇ, ਤਾਂ ਅਸੀਂ ਉਹ ਤੋਂ ਮੁਨਕਰ ਨਹੀਂ ਹੁੰਦੇ, ਅਸੀਂ ਪਿੱਛੇ ਨਹੀਂ ਹਟਦੇ। ਅਸੀਂ ਅਨਿਆਂ ਦੇ ਖਿਲਾਫ, ਇਨਜਸਟਿਸ ਦੇ ਖਿਲਾਫ ਹਮੇਸ਼ਾ ਹੀ ਆਵਾਜ਼ ਬੁਲੰਦ ਕੀਤੀ ਆ ਤੇ ਅਸੀਂ ਲੜੇ ਆ। ਸੋ ਪਰ ਇੱਥੇ ਜਿਹੜਾ ਹੁਣ ਵਰਤਾਰਾ ਚੱਲ ਰਿਹਾ ਉਹਨੂੰ ਸਮਝਣ ਦੀ ਆਪਾਂ ਕੋਸ਼ਿਸ਼ ਕਰਦੇ ਹਾਂ। ਆਪਾਂ ਕਿਸੇ ਗੱਲ ਤੋਂ ਭੱਜ ਨਹੀਂ ਰਹੇ, ਉੱਥੇ ਸਟੈਂਡ ਤੇ ਹੀ ਖੜੇ ਹਾਂ। ਪਰ ਇੱਕ ਟੇਬਲ ਟਾਕ ਦੀ ਗੱਲਬਾਤ ਨੂੰ, ਪੋਲੀਟੀਕਲ ਡਿਪਲੋਮੈਸੀ ਨੂੰ ਜਮਾਂ ਹੀ ਬੰਦ ਕਰ ਦੇਣਾ ਤੇ ਉਸ ਡਿਪਲੋਮੈਸੀ ਤੋਂ ਇਹ ਕਹਿ ਦੇਣਾ ਵੀ ਅਸੀਂ ਜਾਂ ਤਾਂ ਰੱਦ ਕਰੋ ਹੁਣ, ਨਹੀਂ ਤਾਂ ਅਸੀਂ ਬੈਠੇ ਹਾਂ। ਦੋ ਗੱਲਾਂ। ਇਹ ਕਿਉਂ ਕਿਹਾ ਜਾ ਰਿਹਾ, ਕਿੱਥੋਂ ਆਈ ਆ ਗੱਲ? ਸੰਘਰਸ਼ ਦੇ ਵਿੱਚ ਦੀ ਅਸਲੀਅਤ ਦੀ ਆਪਾਂ ਗੱਲ ਕਰਦੇ ਹਾਂ। ਕੁਛ ਧਿਰਾਂ ਇੱਥੇ ਜਿਹੜੀਆਂ ਬੈਠੀਆਂ, ਸਪੈਸ਼ਲੀ ਸਾਡੀਆਂ ਉਹ ਧਿਰਾਂ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਵਿੱਚ ਕੁਛ ਕੁ ਧਿਰਾਂ, ਉਹ ਇਹ ਚਾਹੁੰਦੀਆਂ ਵੀ ਕਿਸੇ ਨਾ ਕਿਸੇ ਤਰ੍ਹਾਂ ਕਲੈਸ਼ ਹੋਵੇ। ਔਰ ਸਪੈਸ਼ਲੀ ਜਦੋਂ ਮੈਂ ਕਾਮਰੇਡਾਂ ਨੂੰ ਸੰਬੋਧਨ ਕਰਦਾ ਤੇ ਉਹਨਾਂ ਦੀ ਉਹ ਗੱਲ ਕਰ ਰਿਹਾ ਵੀ ਉਹ ਇਹ ਚਾਹੁੰਦੇ ਆ ਵੀ ਕਲੈਸ਼ ਹੋਵੇ ਤੇ ਕਲੈਸ਼ ਚੋਂ ਅਸੀਂ ਆਪਦੀ ਸਿਆਸਤ ਖੜੀ ਕਰੀਏ, ਕਿਉਂਕਿ ਹੁਣ ਤੱਕ ਉਹਨਾਂ ਕੋਲੇ ਕੋਈ ਸਿਆਸਤ ਨਹੀਂ ਆ। ਸੋ ਜੇ ਕਲੈਸ਼ ਇਸ ਸ਼ਰਤ ਤੇ ਅਸੀਂ ਮਿੱਥ ਰਹੇ ਹਾਂ ਵੀ ਕਿਸੇ ਦੀ ਸਿਆਸਤ ਖੜੀ ਹੋਵੇ ਜਾਂ ਇਨਕਲਾਬ ਨਿਕਲੇ ਉਸ ਕਲੈਸ਼ ਚੋਂ, ਤੇ ਕਲੈਸ਼ 'ਚ ਸਾਡਾ ਨੁਕਸਾਨ ਹੋਣਾ ਇਹ ਤਾਂ ਸਾਨੂੰ ਪਤਾ ਹੀ ਆ। ਜਦੋਂ ਕਿਸੇ ਪੋਲੀਟੀਕਲ ਡਿਜ਼ਾਈਨ 'ਚੋਂ ਕਲੈਸ਼ ਹੁੰਦਾ ਤਾਂ ਫਿਰ ਉਹ ਬਹੁਤ ਮਾਰੂ ਸਿੱਧ ਹੁੰਦਾ। ਹਾਂ, ਜਿਵੇਂ ਹੁਣ ਤੱਕ ਪਰਮਾਤਮਾ ਦੀ ਕਲਾ ਵਰਤੀ ਆ, ਅੱਗੇ ਸਤਿਗੁਰ ਦਾ ਪਰਮਾਤਮਾ ਦਾ ਭਾਣਾ ਕੀ ਹੈ ਕਿਸੇ ਨੂੰ ਨਹੀਂ ਪਤਾ। ਇਹਦੇ ਬਾਰੇ ਕੋਈ ਵੀ ਸਾਨੂੰ ਦੱਸ ਨਹੀਂ ਸਕਦਾ ਵੀ ਉਹ ਪਰਮਾਤਮਾ ਦੀ ਰਜ਼ਾ ਕੀ ਆ। ਜੇ ਉਸ ਰਜ਼ਾ 'ਚ ਰਹਿ ਕੇ ਕੋਈ ਗੱਲ ਵਾਪਰਨੀ ਹੋਈ, ਉਹਨੂੰ ਤਾਂ ਕੋਈ ਟਾਲ ਹੀ ਨਹੀਂ ਸਕਦਾ। ਪਰ ਅਸੀਂ ਸੁਹਿਰਦਤਾ ਨਾਲ ਇਸ ਗੱਲ ਨੂੰ ਤਾਂ ਵਾਚਾਂਗੇ ਵੀ ਜੇ ਜਾਣ ਬੁੱਝ ਕੇ ਕੋਈ ਆਪਦੇ ਪੋਲੀਟੀਕਲ ਜਾਂ ਰਾਜਸੀ ਬਣਤਰ ਖੜੀ ਕਰਨ ਖਾਤਰ ਜਾਂ ਇੱਕ ਰਾਜਸੀ
ਪੋਜੀਸ਼ਨ ਲੈਣ ਖਾਤਰ ਵੀ ਉਦੋਂ ਬਾਅਦ ਮੇਰੀ ਰਾਜਸੀ ਪੋਜੀਸ਼ਨ ਉਹ ਪੰਜਾਬ 'ਚ ਸੁਧਰ ਜੂਗੀ, ਇਸ ਗੱਲ 'ਚੋਂ ਕਲੈਸ਼ ਚਾਹ ਰਿਹਾ, ਇਸ ਗੱਲ 'ਚੋਂ ਇਹ ਗੱਲ ਚਾਹ ਰਹੀ ਆ ਵੀ ਕੋਈ ਨਹੀਂ, ਇੱਕ ਸਮੂਹਕ ਜਿਹੜਾ ਜ਼ੁਲਮ ਆ ਉਹ ਹੋਣ ਦਿਓ, ਇਹਦੇ 'ਚੋਂ ਹੀ ਇੱਕ ਇਨਕਲਾਬ ਨਿਕਲਣਾ ਹੁੰਦਾ। ਇਹ ਬਹੁਤ ਗਲਤ ਗੱਲ ਆ। ਐਂ ਸਿੱਖ ਨਹੀਂ ਹੋ ਸਕਦਾ ਕਦੇ, ਸਿੱਖ ਐਂ ਨਹੀਂ ਸੋਚਦਾ। ਸਿੱਖ ਕਦੇ ਵੀ ਕਿਸੇ ਦੇ ਨੁਕਸਾਨ ਤੇ ਮੌਤ ਤੇ ਆਪਦੀ ਸਿਆਸਤ ਖੜੀ ਨਹੀਂ ਕਰੂਗਾ। ਅਸੀਂ ਤਾਂ ਸਰਬੱਤ ਦੇ ਭਲੇ ਲਈ ਸੋਚਦੇ ਹਾਂ। ਅਸੀਂ ਜਦੋਂ ਇਹ ਕਹਿ ਰਹੇ ਹਾਂ ਵੀ ਸਾਡੀ ਲੜਾਈ ਲੰਬੀ ਆ ਤੇ ਸਾਡੀ ਲੜਾਈ 3 ਬਿੱਲਾਂ ਤੱਕ ਸੀਮਤ ਨਹੀਂ ਆ, ਇਹ ਗੱਲ ਨੂੰ ਸਮਝਣਾ ਪਊਗਾ। ਹੁਣ ਲੀਡਰਸ਼ਿਪ ਕੀ ਹੁੰਦੀ ਆ? ਲੀਡਰਸ਼ਿਪ ਲੋਕਾਂ ਦੇ ਦਬਾਅ ਹੇਠ ਆ ਕੇ ਗਲਤ ਫੈਸਲੇ ਨਹੀਂ ਲੈਂਦੀ। ਲੀਡਰਸ਼ਿਪ ਨੇ ਦੂਰਦਰਸ਼ੀ ਫੈਸਲੇ ਲੈਣੇ ਹੁੰਦੇ ਆ। ਦੂਰਦਰਸ਼ੀ ਫੈਸਲਿਆਂ 'ਚ ਇਹ ਗੱਲ ਹੁੰਦੀ ਆ ਵੀ ਅੱਜ ਜੋ ਸਾਡੀ ਪ੍ਰਾਪਤੀ ਆ, ਅੱਜ ਜੋ ਪੰਜਾਬੀਆਂ ਦੀ ਪ੍ਰਾਪਤੀ ਆ, ਆਪਦੇ ਆਪ ਨੂੰ ਉਹਨਾਂ ਨੇ ਦੁਨੀਆ ਦੇ ਸਾਹਮਣੇ ਜਿਵੇਂ ਪੇਸ਼ ਕੀਤਾ, ਉਹ ਬਾਕਮਾਲ ਆ। ਦੁਨੀਆ ਸਾਡੇ ਵੱਲ ਵੇਖ ਰਹੀ ਆ। ਅਸੀਂ ਹੁਣ ਦੁਨੀਆ ਦੇ ਸਾਹਮਣੇ ਕਿਸੇ ਹੋਰ ਢੰਗ 'ਚ, ਗਲਤ ਢੰਗ 'ਚ ਪੇਸ਼ ਨਹੀਂ ਹੋਣਾ। ਔਰ ਜੇ ਕਿਸੇ ਦੀ ਮਨੁੱਖੀ ਬੁੱਧੀ 'ਚੋਂ ਇਹ ਗੱਲ ਨਿਕਲੂਗੀ ਵੀ ਕਲੈਸ਼ ਕਰ ਲਈਏ ਤੇ ਦੁਨੀਆ ਦੇ ਸਾਹਮਣੇ ਪੇਸ਼ ਦਾ ਸਾਨੂੰ ਕੋਈ ਮਤਲਬ ਨਹੀਂ, ਉਹਨਾਂ ਨੂੰ ਬਦਨਾਮ ਤਾਂ ਪੰਜਾਬੀਆਂ ਨੇ ਹੋਣਾ। ਸੋ ਜੇ ਕਾਮਰੇਡ ਸਾਨੂੰ ਪੰਜਾਬੀਆਂ ਨੂੰ ਇੱਕ ਟੂਲ ਦੀ ਤਰ੍ਹਾਂ, ਹਥਿਆਰ ਦੀ ਤਰ੍ਹਾਂ ਯੂਜ਼ ਕਰਕੇ ਸਾਨੂੰ ਬਦਨਾਮ ਵੀ ਕਰ ਜਾਣਗੇ ਤੇ ਮੁੜ ਕੇ ਆਪਦੀ ਸਿਆਸਤ ਖੜੀ ਕਰ ਜਾਣਗੇ, ਇਹ ਨਹੀਂ ਦੀਪ ਸਿੱਧੂ ਨੂੰ ਕਦੇ ਕਬੂਲ ਹੋਊਗਾ। ਮੈਨੂੰ ਪਤਾ ਮੇਰੀ ਇਸ ਗੱਲ ਦੀ ਵਿਰੋਧਤਾ ਹੋਣੀ ਆ, ਕਿਉਂਕਿ ਮੈਂ ਬੜਾ ਸੱਚ ਤੇ ਵੋਕਲ ਗੱਲ ਕਰਦਾ, ਪਰ ਕਿਤੇ ਨਾ ਕਿਤੇ ਇਹ ਸਿਚੁਏਸ਼ਨ ਬਣੀ ਪਈ ਆ। ਤੇ ਜੇ ਇਸ ਗੱਲ ਦਾ ਖਦਸ਼ਾ ਮੈਂ ਕਿਉਂ ਕਰ ਰਿਹਾ, ਜਿਹੜੇ ਬੰਦੇ ਸਾਡੇ ਆਏ ਹੋਏ ਆ, ਇੱਕ ਇੱਕ ਬੰਦਾ ਬੇਸ਼ਕੀਮਤੀ ਆ। ਜਿਹੜਾ ਜਜ਼ਬਾ ਉਹਨਾਂ ਦੇ ਅੰਦਰ, ਉਹ ਕਿਤੇ ਨਾ ਕਿਤੇ ਮੈਨੂੰ ਇਮੋਸ਼ਨਲ ਕਰ ਦਿੰਦਾ, ਜਜ਼ਬਾਤੀ ਕਰ ਦਿੰਦਾ। ਉਹ ਜਜ਼ਬਾਤਾਂ ਨੂੰ ਕਿਵੇਂ ਮੈਂ ਕੰਟਰੋਲ ਕਰਾਂ, ਆਪਦੀ ਇਨਸਾਨੀਅਤ ਨੂੰ ਕਿਵੇਂ ਕੰਟਰੋਲ ਕਰਾਂ? ਸੋ ਇਸੇ ਕਰਕੇ ਜਿਹੜੀ ਪੋਜੀਸ਼ਨ ਮੈਂ ਲਈ ਆ ਵੀ ਕੋਈ ਨਹੀਂ, ਅਸੀਂ ਬੈਠੇ ਆ, ਸਾਡੇ 'ਚ ਸਬਰ ਤੇ ਸੰਤੋਖ ਵੀ ਹੋਵੇ, ਸਾਡੇ 'ਚ ਟਰਮਾ ਵੀ ਹੋਵੇ, ਅਸੀਂ ਇਸ ਪੀਸਫੁਲ ਐਜੀਟੇਸ਼ਨ ਨੂੰ ਤੋੜਨਾ ਨਹੀਂ। ਇੱਥੇ ਅਸੀਂ ਇੱਕ ਡਿਸਪਲਿਨ ਜੋ ਬਣਾਇਆ ਹੋਇਆ ਉਹ ਬਾਕਮਾਲ ਆ, ਇਹਨੂੰ ਬਣਾਈ ਰੱਖੀਏ। ਪਰ ਅਸੀਂ ਇਹ ਨਹੀਂ ਚਾਹੁੰਦੇ ਵੀ ਨੁਕਸਾਨ ਤੇ ਕੋਈ ਸਿਆਸਤ ਖੜੀ ਹੋਵੇ। ਆਪਾਂ ਇੱਥੇ ਨਾ ਤਾਂ ਕੁਝ ਖੱਟਣਾ ਆ, ਨਾ ਅਗਲੀ ਸਿਆਸਤ ਖੜੀ ਕਰਨਾ ਆ। ਆਪਾਂ ਆਪਦੇ ਹੱਕ ਹਕੂਕ ਦੀ ਲੜਾਈ ਲੜਨਾ ਆ, ਤੇ ਉਹ ਪ੍ਰਮਾਤਮਾ 'ਚ, ਸੱਚੇ ਪਾਤਸ਼ਾਹ 'ਚ, ਗੁਰੂ ਨਾਨਕ ਸਾਹਿਬ 'ਚ ਭਰੋਸਾ ਰੱਖ ਕੇ ਹੀ ਲੜੀ ਜਾ ਸਕਦੀ ਆ। ਮਨੁੱਖੀ ਬੁੱਧੀ 'ਚੋਂ ਡਿਜ਼ਾਈਨ ਬਣਾ ਕੇ ਉਹ ਲੜਾਈ ਨਹੀਂ ਲੜੀ ਜਾ ਸਕਦੀ। ਸੋ ਤੁਸੀਂ, ਮੈਂ ਹਮੇਸ਼ਾ ਕਹਿਣਾ ਹੁੰਦਾ, ਰਾਜਨੀਤੀ ਨੂੰ ਜਦੋਂ ਸਮਝਣਾ, ਰਾਜਨੀਤੀ ਜੋ ਅੱਗੇ ਚੱਲ ਰਿਹਾ ਉਹਨੂੰ ਨਾ ਸਮਝੋ, ਉਹਦੇ ਪਿੱਛੇ ਕੀ ਚੱਲ ਰਿਹਾ, ਜੋ ਪਰਦੇ ਦੇ ਪਿੱਛੇ ਕੀ ਚੱਲ ਰਿਹਾ, ਉਹ ਅਸਲ ਰਾਜਨੀਤੀ ਹੁੰਦੀ ਆ। ਸੋ ਉਸ ਰਾਜਨੀਤੀ ਨੂੰ ਜੇ ਮੈਂ ਸੰਘਰਸ਼ 'ਚ, ਮੈਂ ਤਾਂ ਇੱਥੇ ਹੀ ਬੈਠਾ ਨਾ, ਭੱਜ ਤਾਂ ਨਹੀਂ ਰਹੇ ਕਿਤੇ, ਔਰ ਇੱਥੇ ਹੀ ਬੈਠੇ ਆ। ਜੋ ਮਹਾਰਾਜ ਨੂੰ ਮਨਜ਼ੂਰ ਆ, ਜੇ ਉਹਨਾਂ ਨੇ ਸਾਡੇ ਤੇ ਜਿਸ ਤਰ੍ਹਾਂ ਦਾ ਵੀ ਭਾਣਾ ਵਰਤਾਉਣਾ, ਸਾਡੀ ਜਿੱਤ, ਅਸੀਂ ਤਾਂ ਬਜਿੱਦ ਆ ਨਾ, ਵੀ ਜਿੱਤ ਕੇ ਜਾਣਾ ਤੇ ਚੜ੍ਹਦੀ ਕਲਾ 'ਚ ਜਾਣਾ, ਬਜਿੱਦ ਆ ਨਾ। ਪਰ ਇਸ ਬਜਿੱਦ 'ਚ ਸਾਨੂੰ ਵਿਵੇਕ ਵੀ ਤਾਂ ਮਹਾਰਾਜ ਨੇ ਕਿਹਾ ਵੀ ਵਿਵੇਕ ਨਾਲ ਸੋਚੋ। ਔਰ ਵਿਵੇਕ ਇਹ ਆ ਵੀ ਅਸੀਂ ਕਿਸੇ ਦਾ ਨੁਕਸਾਨ ਕਰਾ ਕੇ ਇੱਥੋਂ ਵਾਪਸ ਜਾਵਾਂਗੇ ਤੇ ਉਹਦੇ ਤੇ ਕੋਈ ਆਪਦੇ ਗਾਂ ਆਉਣ ਵਾਲੇ ਕਿਲੇ ਜਾਂ ਆਉਣ ਵਾਲੇ ਭਵਨ ਸਿਰ ਜੂਗਾ, ਸਿਆਸਤ ਸਿਰ ਜੂਗਾ, ਇਹ ਤਾਂ ਕੋਈ ਬਹੁਤੀ ਸਿਖਾਵੀਂ ਤੇ ਚੰਗੀ ਗੱਲ ਨਹੀਂ ਹੋਈ। ਸੋ ਜਿਹੜੀ ਆਪਾਂ ਅੱਜ ਪੋਜੀਸ਼ਨ ਲਈ ਆ, ਉਹ ਪੋਜੀਸ਼ਨ ਇਹੀ ਆ ਵੀ ਡਾਇਲੌਗ ਨਾ ਟੁੱਟੇ। ਔਰ ਡਾਇਲੌਗ ਨਾ ਟੁੱਟੇ ਦਾ ਮਤਲਬ ਇਹ ਆ ਵੀ ਅੱਜ ਇਹ ਜਿਹੜਾ ਡੈਡਲੌਕ ਕ੍ਰੀਏਟ ਹੋਇਆ, ਇਹਨੂੰ ਸਭ ਤੋਂ ਵਧੀਆ ਗੱਲ ਇਹ ਹੋਊਗੀ ਵੀ ਅਸੀਂ ਤਾਂ ਦੇਖੋ ਸਾਡੀ ਜਿੱਤ ਪ੍ਰਭਾਸ਼ਿਤ ਕਿਵੇਂ ਕਰੀ ਜਾ ਰਹੇ ਆ। ਸਾਡੀ ਜਿੱਤ ਐਂ ਪ੍ਰਭਾਸ਼ਿਤ ਹੋਣੀ ਚਾਹੀਦੀ ਆ ਵੀ ਜਾਂ ਤਾਂ ਰੱਦ ਜਾਂ ਗੋਲੀ। ਇਹ ਤਾਂ ਕੋਈ ਸੁਹਿਰਦਤਾ ਨਹੀਂ ਹੋਈ। ਸੋ ਲੋਕਾਂ ਨੂੰ ਦੱਸਣਾ ਪਊਗਾ ਸਾਨੂੰ। ਔਰ ਦੀਪ ਸਿੱਧੂ ਨੂੰ ਕਿਸੇ ਪੋਲੀਟੀਕਲ ਗੇਨ ਦਾ ਕੋਈ ਮਤਲਬ ਨਹੀਂ ਆ। ਦੀਪ ਸਿੱਧੂ ਨਾ ਕਦੇ ਵਿਕ ਸਕਦਾ, ਪੰਜਾਬ ਦੇ, ਪੰਜਾਬੀਆਂ ਦੇ ਤੇ ਮਨੁੱਖਤਾ ਦੇ ਨਾਲ ਖੜਾ, ਜ਼ਬਰ ਜ਼ੁਲਮ ਦੇ ਖਿਲਾਫ ਹਮੇਸ਼ਾ ਆਵਾਜ਼ ਉਠਾਊਗਾ। ਮੈਂ ਆਪਦੀ ਸੰਵੇਦਨਸ਼ੀਲਤਾ ਨੂੰ, ਆਪਦੀ ਇਨਸਾਨੀਅਤ ਨੂੰ ਕਿੱਥੇ ਸਿੱਟ ਕੇ ਆ ਜਾ? ਤੁਸੀਂ ਤਾਂ 1 ਮਿੰਟ 'ਚ ਗੱਲ ਨੂੰ ਸੋਚਦੇ ਨਹੀਂ, ਉਸ ਗੱਲ ਨੂੰ ਆਪਾਂ ਵਿਚਾਰਦੇ ਨਹੀਂ, ਸੁਹਿਰਦ ਹੋ ਕੇ ਉਸ ਗੱਲ ਤੇ ਉੱਤੇ ਡਾਇਲੌਗ ਨਹੀਂ ਕਰਦੇ, ਪਹਿਲਾਂ ਹੀ ਜੱਜਮੈਂਟ ਦੇਣ ਲੱਗ ਜਾਂਦੇ ਹੋ। ਨਹੀਂ, 3-4 ਮਹੀਨੇ ਦੇ ਅਸੀਂ ਇਸ ਸੰਘਰਸ਼ 'ਚ, ਮੈਂ ਐਟਲੀਸਟ ਇਸ ਸੰਘਰਸ਼ ਦਾ ਪਾਰਟ ਆ। ਜੇ ਪਾਰਟ ਆ ਤਾਂ ਮੈਂ ਇੱਥੇ ਸਥਿਤੀਆਂ ਬਦਲਦੀਆਂ ਦੇਖ ਰਿਹਾ, ਉਹਨਾਂ ਤੇ ਕਈ ਵਾਰੀ ਚਿੰਤਤ ਹੋ ਜਾਈਦਾ। ਅੱਜ
ਜੇ ਜਨਤਕ ਹੋ ਕੇ ਇਹ ਗੱਲ ਰੱਖੀ ਜਾ ਰਹੀ ਆ, ਇਹ ਉਸ ਚਿੰਤਾ 'ਚੋਂ ਰੱਖੀ ਜਾ ਰਹੀ ਆ। ਇੱਕ ਇੱਕ ਬੰਦਾ ਕੀਮਤੀ ਆ। ਮਾਵਾਂ ਨੇ ਜਿਹੜੇ ਪੁੱਤ ਭੇਜੇ ਆ, ਉਹ ਜਾਗਦਾ ਹੋਇਆ ਪੰਜਾਬ ਅਸੀਂ ਜੇ ਜਿੱਤ ਕੇ ਚੜ੍ਹਦੀ ਕਲਾ 'ਚ ਵਾਪਸ ਲੈ ਜਾਈਏ, ਉਦੋਂ ਵੱਡੀ ਗੱਲ ਨਹੀਂ ਹੋ ਸਕਦੀ। ਇਸ ਕਰਕੇ ਸਬਰ ਤੇ ਸੰਤੋਖ ਨਹੀਂ ਖੋਣਾ, ਡਿਸਿਪਲਿਨ 'ਚ ਰਹਿਣਾ, ਪਰ ਕਿਸੇ ਦੀ ਚੱਕ 'ਚ ਆ ਕੇ, ਉਹੀ ਗੱਲ ਹੁੰਦੀ ਹੈ ਨਾ ਵੀ ਕਿਸੇ ਦੀ ਪਿੰਡਾਂ 'ਚ ਆਪਾਂ ਕਹਿੰਦੇ ਹੁੰਦੇ ਆ, ਕਿਸੇ ਦੀ ਚੱਕ 'ਚ ਆ ਕੇ ਅਸੀਂ ਕੋਈ ਪੁੱਠਾ ਕੰਮ ਨਾ ਕਰ ਸਕੀਏ ਜਾਂ ਕਰ ਦਈਏ। ਅਸੀਂ ਗੁਰੂ ਨਾਨਕ ਸਾਹਿਬ ਤੇ ਭਰੋਸਾ ਰੱਖੀਏ ਤੇ ਮਹਾਰਾਜ ਨੇ ਜੋ ਭਾਣਾ ਵਰਤਾਉਣਾ ਉਹ ਫਿਰ ਉਹਨਾਂ ਨੇ ਵਰਤਾਉਣਾ। ਆਪਾਂ ਬੈਠੇ ਇਕੱਠੇ ਆ, ਸੰਘਰਸ਼ 'ਚ ਵੀ ਇਕੱਠੇ ਆ, ਔਰ ਕੋਈ ਢਹਿੰਦੀ ਕਲਾ ਵਾਲੀ ਗੱਲ ਨਹੀਂ ਕਰ ਰਹੇ, ਪਰ ਰੋਜ਼ ਜਿਹੜੇ ਹਾਲਾਤ ਬਦਲਦੇ ਆ ਤੇ ਜੇ ਅਸੀਂ ਕਿਸੇ ਦੇ ਹੱਥਾਂ 'ਚ ਖੇਡ ਜਾਂਗੇ, ਇਹ ਪੰਜਾਬ ਨੂੰ ਹੁਣ ਮਨਜ਼ੂਰ ਨਹੀਂ ਆ। ਅਸੀਂ ਜੋ ਆਪਦੇ ਆਪ ਨੂੰ ਪੇਸ਼ ਕਰ ਲਿਆ ਇੰਟਰਨੈਸ਼ਨਲੀ, ਜੋ ਸਾਨੂੰ ਸ਼ਾਬਾਸ਼ੀ ਮਿਲ ਰਹੀ ਆ, ਤੁਸੀਂ ਦੇਖੋ ਪਹਿਲੀ ਵਾਰੀ ਜਿਹੜੇ ਬਾਹਰ ਸਾਡੇ ਬੰਦੇ ਬੈਠੇ ਆ, ਉਹ ਪੰਜਾਬ ਨਾਲ ਆਪਦੇ ਆਪ ਨੂੰ ਜੋੜ ਕੇ ਦੇਖ ਰਹੇ ਆ। ਉਹ ਇੱਥੋਂ ਪਹਿਲਾਂ ਤਾਂ ਉਹ ਕਿਤੇ ਨਾ ਕਿਤੇ ਟੁੱਟ ਚੁੱਕੇ ਸੀ, ਪਰ ਉਹਨਾਂ ਦੇ ਅੰਦਰ ਇਹ ਗੱਲ ਹਮੇਸ਼ਾ ਹੀ ਸੀ ਵੀ ਯਾਰ ਸਾਡੀ ਧਰਤੀ ਦਾ, ਸਾਡੇ ਲੋਕਾਂ ਦਾ, ਸਾਡੇ ਪੰਜਾਬ ਦਾ ਕੁਝ ਭਲਾ ਹੋ ਜੇ। ਉਹ ਹੁਣ ਪੰਜਾਬ ਨਾਲ ਆਪਦੇ ਆਪ ਨੂੰ ਆਈਡੈਂਟੀਫਾਈ ਕਰ ਰਹੇ ਆ ਤੇ ਉਹ ਇਹ ਗੱਲ ਕਹਿ ਰਹੇ ਆ ਵੀ ਵੀ ਆਰ ਪ੍ਰਾਊਡ ਆਫ ਯੂ ਗਾਇਜ਼। ਸਾਨੂੰ ਮਾਣ ਆ ਤੁਹਾਡੇ ਤੇ ਪੰਜਾਬ ਤੇ। ਪੰਜਾਬ ਉਹੀ ਧਰਤੀ ਆ ਜਿੱਥੇ ਗੁਰੂਆਂ ਨੇ ਜਿਹੜੀਆਂ ਸ਼ਹਾਦਤਾਂ ਦਿੱਤੀਆਂ, ਕਮਾਈਆਂ ਕੀਤੀਆਂ, ਉਹੀ ਧਰਤੀ ਆ। ਉਹ ਸਾਡੇ ਖੂਨ 'ਚ ਹਜੇ ਵੀ ਫਿਰਦੀ ਆ, ਉਹ ਵਿਅਰਥ ਨਹੀਂ ਗਈ। ਸੋ ਅਗਲੀ ਗੱਲ ਜਿਹੜੀ ਆਪਾਂ ਕਰਦੇ ਆ, ਪੰਜਾਬ ਦੁਨੀਆ ਤੋਂ ਟੁੱਟਿਆ ਹੋਇਆ ਨਹੀਂ ਆ। ਪੰਜਾਬ ਅੱਜ ਦੁਨੀਆ ਦਾ ਇੱਕ ਹਿੱਸਾ, ਮਨੁੱਖਤਾ ਦਾ ਇੱਕ ਹਿੱਸਾ, ਤੇ ਪੰਜਾਬ ਨੇ ਇੱਕ ਇਹੋ ਜਿਹੇ ਵਹਿਣ ਨੂੰ ਠੱਲ ਪਾਈ ਆ ਜਿਹਨੇ ਪੂਰੀ ਦੁਨੀਆ ਨੂੰ ਝੁਕਾਤਾ ਸੀ। ਪਰ ਇੱਥੇ ਸੁਹਿਰਦਤਾ ਨਾਲ ਤੇ ਮਹਾਰਾਜ 'ਚ ਵਿਸ਼ਵਾਸ ਰੱਖ ਕੇ, ਗੁਰੂ ਨਾਨਕ ਸਾਹਿਬ 'ਚ ਵਿਸ਼ਵਾਸ ਰੱਖ ਕੇ ਹੀ ਸੋਚਣਾ ਪਊਗਾ ਨਾ। ਮਨੁੱਖੀ ਬੁੱਧੀ ਨਾਲ ਜੇ ਡਿਜ਼ਾਈਨ ਪੈਦਾ ਕੀਤੇ ਜਾਣਗੇ ਤੇ ਉਹਦੇ ਤੇ ਕੋਈ ਸਿਆਸਤਾਂ ਖੜੀਆਂ ਕਰ ਰਿਹਾ, ਇਹ ਗੱਲ ਮਨਜ਼ੂਰ ਨਹੀਂ ਆ। ਟਰੂ ਲੀਡਰਸ਼ਿਪ ਇੱਥੇ ਸਾਨੂੰ ਚਾਹੀਦੀ ਆ ਤੇ ਇਸ ਕਰਕੇ ਮੈਂ ਜਿਹੜਾ ਖਦਸ਼ਾ ਸੀ ਉਹ ਤੁਹਾਡੇ ਨਾਲ ਸਾਂਝਾ ਕੀਤਾ। ਮੇਰੇ ਵੱਲੋਂ ਹਮੇਸ਼ਾ ਹੀ ਬਹੁਤ ਸਾਰਾ ਪਿਆਰ, ਸਤਿਕਾਰ। ਦੀਪ ਸਿੱਧੂ ਅੱਜ ਵੀ ਤੇ ਹਮੇਸ਼ਾ ਤੁਹਾਡੇ ਨਾਲ ਖੜਾ, ਜਦੋਂ ਮਰਜ਼ੀ ਪਰਖ ਲਿਓ, ਸਮਾਂ ਵੀ ਦੱਸ ਦੂਗਾ। ਜਿਉਂਦੇ ਵਸਦੇ ਰਹੋ, ਖੁਸ਼ ਰਹੋ, ਆਬਾਦ ਰਹੋ। ਅਰਦਾਸ ਕਰੋ ਵੀ ਅਸੀਂ ਇੱਥੋਂ ਇੱਕ ਚੰਗੀ, ਇੱਕ ਜਿਹੜੀ ਐਗਜ਼ਾਮਪਲ, ਇੱਕ ਉਦਾਹਰਨ ਸਿਰਜ ਕੇ ਤੇ ਜਦੋਂ ਆਪਦੇ ਘਰੇ ਜਾਣਾ, ਜਿੱਤ ਕੇ ਤੇ ਚੜ੍ਹਦੀ ਕਲਾ 'ਚ ਘਰੇ ਜਾਈਏ। ਸਤਿ ਸ਼੍ਰੀ ਅਕਾਲ ਜੀ।